गली मेरी आओ, इत मार्ग पैर तरी जाए, सिर दीजा कान ना कीजै, वाहु प्रगटियो मर्द अगमड़ा, वरियाम अकेला, वाहु वाहु गोबिंद सिंह आपे गुर चेला, खालसा मेरो रूप है खास, खालसे मैं हूँ करूँ निवास, जब लग खालसा रह न्यारा, तब लग तेज दियो मैं सारा, जब एह गह विपरन की रीत, तो मैं न करूं इनकी परतीत, जब एह गह विपरन की रीत, तो मैं न करूं इनकी परतीत। परम सम्मान योग जुग हो जुग अटल तख्त, चवर छत्र दे मालिक सतगुरु श्री गुरु ग्रंथ साहिब महाराज पातशाह जी की पावन पवित्र हजूरी अंदर गुरुद्वारा शहीद बाबा संता सिंह जी, बाबा जगीर सिंह जी के पावन पवित्र अस्थानां ते खालसा साजना दिवस नूं समर्पित हो करके सजे हुए दीवानां दे विच आप संगत हाज़रियां भर के जीवन के कीमती समय नूं आप जी सफला करन दा यतन करदे पए हो। दास तो पहलों आप जी ने कौम दा महान ढाडी जत्था भाई गुरप्रीत सिंह जी भंगू, वो आप जी दे नाल गुर इतिहास की सांझ करके गए ने। सतगुरु गुरु गोबिंद सिंह सच्चे पातशाह महाराज कृपा करन गुरमत विचारां की सांझ कर सकीए। आप संगत आसीस बख्शियो। धन गुरु गोबिंद सिंह महाराज पातशाह जी के चरनां दे विच आपां हाज़री लवा सकीए। सतगुरु महाराज पातशाह जी का हुक्म है, आगे आवत सिंह जो पावे, वाहिगुरु जी की फतेह बुलावे। गुरु गोबिंद सिंह महाराज पातशाह जी का यह हुक्म है कि खालसा सिंह सिख सिख नूं मिले ते फतेह जरूर बुलावे। ते महाराज कहंदे ने जिहड़ा फतेह बुलाउंदा है उस दे वल्ले साडा मुख होवेगा, ते जिहड़ा फतेह नहीं बुलाउंदा महाराज कहंदे उस वाले साडी पिठ होवेगी। सो सतगुरु महाराज पातशाह बख्शिश करन फतेह ना किसी संत दी है, ना किसी ज्ञानी दी है, ना किसी ब्रह्म ज्ञानी दी है।
ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੀ ਹੈ। ਤੇ ਇਸ ਫਤਿਹ ਨੂੰ ਬੁਲਾਉਂਦਿਆਂ ਹੋਇਆਂ 2 ਵਾਰ ਵਾਹਿਗੁਰੂ ਦਾ ਜਾਪ ਹੋ ਜਾਂਦਾ ਹੈ। ਮਹਾਰਾਜ ਬਖਸ਼ਿਸ਼ ਕਰਨ, ਰਹਿਮਤ ਕਰਨ। ਆਓ ਹਾਜ਼ਰੀ ਗੁਰੂ ਦੇ ਚਰਨਾਂ ਵਿੱਚ ਸਾਡੀ ਲੱਗ ਸਕੇ। ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰ ਮਹਾਰਾਜ ਜੀ ਦੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਪੰਥ ਦਾ ਸਾਜਨਾ ਦਾ ਦਿਹਾੜਾ ਹੈ, ਜਾਂ ਇਸ ਤਰ੍ਹਾਂ ਆਖ ਲਓ ਕਿ ਅੱਜ ਖਾਲਸੇ ਦੀ ਸੰਪੂਰਨਤਾ ਹੈ। ਜਿਸ ਮਨੁੱਖ ਦੀ ਕਲਪਨਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀਤੀ ਹੈ, ਜਿਸ ਪੰਥ ਦੀ ਗੱਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਰਥਾਏ ਭਾਈ ਗੁਰਦਾਸ ਸਾਹਿਬ ਜੀ ਕਰਦੇ ਨੇ ਕਿ ਮਾਰਿਆ ਸਿੱਕਾ ਜਗੱਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਆਪ ਜੀ ਆਖਦੇ ਹੋ ਨਾ, ਖਾਲਸਾ ਪੰਥ ਤੇ ਪੰਥ ਗੁਰੂ ਨਾਨਕ ਤੋਂ ਵੱਖਰਾ ਨਹੀਂ ਹੈ। ਬਾਕੀ ਗੁਰੂ ਸਾਹਿਬਾਨਾਂ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੰਥ ਵੱਖਰਾ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਨੇ ਜਿਸ ਨੂੰ ਨਿਰਮਲ ਪੰਥ ਆਖਿਆ, ਉਸੇ ਨੂੰ ਹੀ ਖਾਲਸਾ ਪੰਥ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮਾਰਿਆ ਸਿੱਕਾ ਜਗੱਤਰ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਮਹਾਰਾਜ ਨੇ ਨਿਰਮਲ ਪੰਥ ਦੀ ਨੀਂਹ ਰੱਖੀ ਹੈ। ਗੁਰੂ ਨਾਨਕ ਦੇਵ ਮਹਾਰਾਜ ਤੋਂ ਇਸ ਪੰਥ ਨੂੰ ਅੱਗੇ ਲੈ ਕੇ ਤੁਰੇ ਭਾਈ ਲਹਿਣਾ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਪੜੋ ਤੇ ਬਾਣੀ ਦੇ ਵਿੱਚੋਂ ਦਰਸ਼ਨ ਜ਼ਰੂਰ ਕਰੋਗੇ ਕਿ ਲਹਿਨੇ ਪੰਥ ਧਰਮ ਕਾ ਕੀਆ, ਅਮਰਦਾਸ ਭੱਲੇ ਕੋ ਦੀਆ। ਇਹ ਪੰਥ ਅੱਗੇ ਲੈ ਕੇ ਭਾਈ ਲਹਿਣਾ ਤੁਰੇ ਤੇ ਇਹ ਪੰਥ ਜਿਹੜਾ ਸੀ ਗੁਰੂ ਅਮਰਦਾਸ ਮਹਾਰਾਜ ਇਸ ਪੰਥ ਦੀ ਅਗਵਾਈ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਮਾਂ ਆਇਆ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦੇ ਪਰਥਾਏ ਆਪ ਰੋਜ਼ਾਨਾ ਹੀ ਬਚਨ ਸੁਣਦੇ ਤੇ ਪੜ੍ਹਦੇ ਹੋ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰੱਖੋ ਸਰਨਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਕਿ ਸੰਗਤ ਨੂੰ ਮਹਾਰਾਜ ਦੇਖੋ, ਇੱਕ ਪਾਸੇ ਸਤਿਗੁਰ ਮਹਾਰਾਜ ਗੁਰੂ ਰਾਮਦਾਸ ਜੀ ਆਪ ਜੀ ਦੀ ਸੰਗਤ ਪੰਥ ਹੈ ਤੇ ਦੂਜੇ ਪਾਸੇ ਆਪ ਇਤਿਹਾਸ ਦੇ ਬਚਨ ਪੜੋਗੇ, ਗੁਰ ਸੰਗਤ ਕੀਨੀ ਖਾਲਸਾ ਮਨਮੁਖੀ ਦੁਹੇਲਾ। ਸੰਗਤ ਨੂੰ ਹੀ ਮਹਾਰਾਜ ਨੇ ਖਾਲਸਾ ਦਾ ਰੂਪ ਬਖਸ਼ਿਸ਼ ਕੀਤਾ ਹੈ। ਅੱਗੇ ਜਾ ਕੇ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਖਦੇ ਨੇ, ਪੰਥਾ ਪ੍ਰੇਮ ਨ ਜਾਣਈ ਭੁੱਲੀ ਫਿਰੇ ਗਵਾਰ। ਮਹਾਰਾਜ ਨੇ ਉੱਥੇ ਵੀ ਪੰਥ ਦੀ ਗੱਲ ਕੀਤੀ ਹੈ ਕਿ ਪੰਥ ਪ੍ਰੇਮ ਦੀ ਸਮਝ ਕੋਈ ਨਹੀਂ। ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਕੇਵਲ ਬਾਹਰੋਂ ਅਡੰਬਰ ਬਣਾ ਕੇ ਬੈਠੇ, ਇਹਨਾਂ ਅਡੰਬਰਾਂ ਕਰਕੇ ਮਾਲਕ ਦੇ ਘਰ ਦੀ ਪ੍ਰਾਪਤੀ ਨਹੀਂ ਹੋਣੀ। ਇਹ ਤਾਂ ਪ੍ਰਾਪਤੀ ਉਦੋਂ ਹੁੰਦੀ ਹੈ ਜਿਸ ਦਿਨ ਪ੍ਰੇਮ ਖੇਡਣ ਦਾ ਚਾਹ ਪੈਦਾ ਹੋ ਜਾਵੇ। ਮਹਾਰਾਜ ਸੱਚੇ ਪਾਤਸ਼ਾਹ ਆਖਦੇ ਨੇ ਨਾ ਕਿ ਜੋ ਤੋ ਪ੍ਰੇਮ, ਜੇ ਤੈਨੂੰ ਪ੍ਰੇਮ ਹੈ, ਪ੍ਰਮਾਤਮਾ ਦੇ ਨਾਲ ਪਿਆਰ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਮਹਾਰਾਜ ਕਹਿੰਦੇ ਇਹ ਖੇਡ ਪ੍ਰੇਮ ਦੀ ਹੈ ਤੇ ਬਿਨਾਂ ਸਿਰ ਦਿੱਤਿਆਂ ਖੇਡੀ ਕੋਈ ਨਹੀਂ ਜਾਣੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਦੇਖੋ, ਅੱਜ ਤੁਸੀਂ ਵਿਸਾਖੀ ਦਾ ਦਿਹਾੜਾ ਮਨਾਉਂਦੇ ਪਏ ਹੋ ਤੇ ਵਿਸਾਖੀ ਨੂੰ ਹੀ ਸਤਿਗੁਰ ਮਹਾਰਾਜ ਨੇ ਕਿਉਂ ਚੁਣਿਆ? ਇਹਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਜਿੱਦਣ ਉਦਾਸੀਆਂ ਦੀ ਆਰੰਭਤਾ ਕੀਤੀ ਹੈ ਸੁਲਤਾਨਪੁਰ ਲੋਧੀ ਤੋਂ, ਤੇ ਉਸ ਦਿਨ ਵੀ ਵਿਸਾਖੀ ਦਾ ਦਿਹਾੜਾ ਸੀ ਜਿੱਦਣ ਮਹਾਰਾਜ ਸੁਲਤਾਨਪੁਰ ਨੂੰ ਛੱਡ ਕੇ ਤੇ ਚੜਿਆ ਸੋਦਨ ਧਰਤ ਲੁਕਾਈ। ਮਹਾਰਾਜ ਧਰਤੀ ਲੁਕਾਈ ਦੀ ਪੁਕਾਰ ਸੁਣ ਕੇ ਸਤਿਗੁਰੂ ਮਹਾਰਾਜ ਜੀ ਨੇ ਉਦਾਸੀ ਆਰੰਭ ਕੀਤੀ। ਉਸ ਦਿਨ ਇੱਕ ਵਿਸਾਖ ਸੀ, ਵਿਸਾਖੀ ਦਾ ਦਿਹਾੜਾ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਵਿਸਾਖ ਦੇ ਮਹੀਨੇ ਵਿੱਚ ਹੋਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਕਾਸ਼, ਉਹਨਾਂ ਦਾ ਆਗਮਨ ਵੀ ਵਿਸਾਖ ਦੇ ਮਹੀਨੇ ਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼, ਉਹਨਾਂ ਦਾ ਵੀ ਵਿਸਾਖ ਦੇ ਮਹੀਨੇ ਦਾ। ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦਾ ਪ੍ਰਕਾਸ਼ ਵੀ ਵਿਸਾਖ ਦੇ ਮਹੀਨੇ ਦਾ ਹੈ। ਆਪ ਸੁਣਿਓ, ਇਕਾਗਰਤਾ ਜ਼ਰੂਰ ਬਖਸ਼ਿਓ
कि विसाखी वाले दिन एक तो गुरु नानक देव महाराज उदासियां की आरंभता करते आ, दूसरा विसाख के महीने 4 गुरु साहिबान गुरु अंगद देव महाराज, गुरु अमरदास महाराज, गुरु अर्जन देव महाराज, गुरु तेग बहादुर महाराज, इन्हां 4 गुरु साहिबानां दा प्रकाश भी विसाख दे महीने विच होया है। सतगुरु गुरु अमरदास महाराज ने गोइंदवाल साहब महाराज ने बौली तैयार करवाई। आप जी दर्शन करते हो, 84 पौड़ियां उस बौली दियां, ते साडी एक रवायत मानता बनी है जी। असी अज भी चलो तर्क करन वाले कहणगे जी नहीं जी की लोड़ 84 इशनान 84 जपजी साहब, पर सच करके जानियो जेड़ा इक्के दिन च 84 वारी जपजी साहब पढ़ लैंदा है ते उनके हिरदे विच जपजी वस जांदी आ, ते जिंदे हिरदे विच जपजी वसदी उन्होंने जमदूत लैण वास्ते नहीं आ सकते। सतगुरु महाराज कहते रे रे दरगे कहे ना को, आओ बैठ आदर शुभ देओ, जिंदे हिरदे विच नाम है। सतगुरु महाराज कहते ना वो मरे ना ठागे जाहि, जिनके राम वसे मन माहे। बौली दा कड़ जेड़ा सी वो भी विसाखी वाले दिन टुटदा है। बौली दा कड़ बौली तैयार महाराज ने करवाई, ते कड़ बड़ा मजबूत सी। जिदों कड़ टुटिया उस दिन भी विसाखी सी। और ये भी गल याद रखियो कि विसाखी दा दिहाड़ा मनाउण दा हुक्म तीसरे पातशाह धन गुरु अमरदास महाराज जी ने दिता सी। भाई पारो जी, भाई पारो खत्तरी खानदान दे विचों ने, उन्हां दी सब कास्ट गोत जिहड़ी है वो जुलका है। भाई पारो जुलका, जिन्हां दे खानदान दे विचों अगे जाके भाई दया सिंह होए जिहड़े 5 प्यारिਆਂ चों पहले सिख ने। भाई दया सिंह दे परिवार, उन्हां दा परिवारक पिछोकड़ भाई पारो जुलका दे नाल जाके जुड़दा है। ते भाई पारो जुलका धन गुरु अमरदास महाराज जिदन कड़ टुटिया बौली दा, ते सतगुरु महाराज जी दे सन्मुख सिख आके हाथ जोड़ के आखदा सतगुरु एक बेनती है। महाराज कहंदे की? भाई पारो जी कहंदे ने सच्चे पातशाह महाराज जिवें अज संगत इकट्ठी होई, किन्ना सोहना लग्या कि इन्नी संगत विच आप जी विराजमान हो। ये इवें लगदा है जिवें सूरज चढ़िया होवे, जिवें चंद्रमा दा प्रकाश है ते आसे पासे तारियां दा झुरमट जिहड़ा वो लग्या होवे। सतगुरु सच्चे पातशाह महाराज मैं बेनती ये करना चाहना कि सिखां दे कोल कोई साधन नहीं कि जेकर सिखां नूं कोई हुक्म भेजना होवे कि भाई इस दिन पहुंच जाओ, सिख पहुंच नहीं सकते। कई बारी किसी दी कोई देरी हो सकती। महाराज कृपा करो 2 दिन पक्के कोई बन दिओ जो सारे सिख तुहाडे चरनां विच आ जाया करन। गुरु अमरदास सच्चे पातशाह महाराज ने उस दिन कहा, कह लगे अज तो बाद सिखां दे 2 दिहाड़े पक्के गुरु किसे भी शरीर दे विच होवे। देखो जोत ओहा जुगत साए सह काया फेर पलटिए, जोत नहीं बदली, जुगती नहीं बदली, केवल शरीर बदलिया। ते सतगुरु गुरु अमरदास महाराज नूं पता है कि शरीर अमरदास दा भी छड्डना पैना है, इन्हें गुरु रामदास दा शरीर बनना है। महाराज ने उस दिन कहा प्रथम विसाखी द्वितीया दिवाली। महाराज कहंदे एक तां विसाखी दा दिहाड़ा ते दूसरा सच्चे पातशाह महाराज कहंदे दिवाली दा दिहाड़ा। गुरु दी जोत जिथे भी होवे, गुरु दी जोत अमरदास दे रूप दे विच होवे, गुरु दी जोत गुरु रामदास दे रूप दे विच होवे, गुरु दी जोत गुरु अर्जन देव महाराज जी दे रूप दे विच होवे, गुरु दी जोत गुरु हरगोबिंद साहब महाराज जी दे रूप विच होवे, गुरु की जोत गुरु हर राय साहब महाराज जी दे रूप विच होवे, गुरु की जोत गुरु हरकृष्ण महाराज, गुरु की जोत गुरु तेग बहादुर महाराज, जां गुरु की जोत गुरु गोबिंद सिंह महाराज जी दे रूप दे विच सिख जिदों भी गए महाराज किसी भी शरीरक रूप दे विच सन। दिवाली ते विसाखी दा दिहाड़ा महाराज जी दे चरनां विच मनाउणा शुरू कीता। इसे करके बहुत सारे थां ने, जिवें आप जी देखते हो कि करतारपुर साहिब विसाखी बहुत लगती है। गुरु अर्जन देव महाराज ने करतारपुर वसाया थम, उत्थे गड्ड करके ते महाराज ने थम जी साहब उत्थे अस्थान बनिया ते महाराज ने करतारपुर नगर वसाया। कीरतपुर साहब सतगुरु गुरु हरगोबिंद साहब सौंदे ने ते विसाखी उत्थे लगती है। सतगुरु महाराज गुरु अमरदास गोइंदवाल ने अज तक विसाखी उत्थे लगती है। गुरु गोबिंद सिंह सच्चे पातशाह महाराज सब कुछ पंथ तो वार के
महाराज तलवंडी साबो के स्थान पर पहुंचे। विसाखी उत्थे भी मनाई जाती है जिथे महाराज शरीर करके विसाखी ते दिवाली के दिहाड़े उत्थे मनाए गए। और एक होर गल कि धन गुरु ग्रंथ साहिब महाराज सच्चे पातशाह जी की यह छत्र छाया सी कि यह शब्द का भंडार सी, जिन्हों महाराज ने शब्द नूं हिरदे विच टिकाउण करके सतगुरु महाराज ने एक पूर्ण मनुख की जिहड़ी सी वो मन दे विच जिहड़ी कल्पना कीती, उनकी जिहड़ी सी वो तामीर कीती गई। जां इस तरह कह लो कि धन गुरु नानक दे महाराज उदासी सुल्तानपुर लोधी तो शुरू करदे आ ते इंदी मुकम्मलता जाके केसगढ़ साहिब दे विच हुंदी आ। 10 जामे लगदे ने, 230 साल का समा लग्या, जिन्हों गुरु नानक देव महाराज कहते ने किव सचियारा हुई है कि कूड़े सो सतगुरु सच्चे पातशाह महाराज जी ने कृपा की है कि पूर्ण मनुख की जिहड़ी है वो कृपा सतगुरु महाराज कहते ने ये खालसे दे विच वरती है। हुक्म होया है कि सतगुरु सच्चे पातशाह महाराज जी ने जिस मनुख की कल्पना की वो सुल्तानपुर तो सफर शुरू होता है, मुकम्मल केसगढ़ ते है। ये वेई तो सफर शुरू होके ते सतलुज तक जाके चलता है। ये सफर रबाब तो शुरू होके ये सफर नगारे तक चलता है। ये सचियार सिख तो सफर शुरू होके ते खालसे दे तक रूप दे विच जांदा है। सतगुरु गुरु गोबिंद सिंह महाराज विसाखी का दिन क्यों चुनिया? जेडे साइंस पढ़ते ने वो इस गल नूं जानते ने कि धरती ते सूरज जिहड़ा है ये वख-वख समय ते जिहड़ा धरती दे कोल रहिंदा है, पर जदों विसाखी का दिन हुंदा है ना, विसाख एक हुंदी है, एक विसाख नूं सूरज सब तो ज्यादा उचाई ते चले जाता है। धरती तो सब तो ज्यादा उचाई सूरज की विसाखी वाले दिन है। ते धन गुरु गोबिंद सिंह महाराज चाहते ने कि मैं खालसी नूं उचेरे लैके जाना। इतिहास दे विच एक साखी मिलती आ कि सिखां दी मुसलमानां दे नाल जालमां दे नाल एक झड़प हुई, सिख उहदे विच जिते ने। जितन तो बाद विच सिख जदों सतगुरु महाराज जी दे चरनां विच पहुंचे ते उत्थे एक नव विआही मुसलमान इस्त्री दा डोला भी नाल लैके आए। सतगुरु महाराज नूं सिखां ने आके कहा, सच्चे पातशाह महाराज असी जित के आए ते महाराज बहुत खुश होए, बहुत असीसां दित्तियां। कहंदे महाराज असी कल्ला जित के नहीं आए, कुछ नाल लैके आए आ। महाराज कहंदे की लैके आए? कहंदे इन्हां जालमां ने हिंदू भरावां दियां धीआं भैणां दी पत लुटियां ने, उन्हां दियां पत्तां रोलियां, अज इन्हां दी असी नो लैके आए आ। महाराज जे हुक्म करो ते बदला लै सकदे आ सिख। ते सतगुरु महाराज जी दे नेत्र लाल होए। महाराज जोश विच आके कहंदे हमहू पंथ ले जाऊं उचेरे। महाराज कहंदे जो दूजे धर्मां ने गलतियां कीतियां मैं ओ सिखां नूं नहीं करन दवांगा। सतगुरु महाराज कहंदे ए धर्म दी तां रीत है कि देख पराइयां चंगियां मामा पैना धीआं जाने। इत्थे तां एका नारी जती कहावे। गुरु गोबिंद सिंह सच्चे पातशाह महाराज देखो रैत जिहड़ी आ ना ये अमृत संचार तो पहलों महाराज ने सिखां नूं दस दित्ती आ। ककार पहलों दे दिते। आप जी नूं पता होवे इतिहास था कि जिस वेले भंगानी दा युद्ध होया, पीर बुद्धू शाह उन्हां दे 2 पुत्र शहीद होए। शाम नूं सतगुरु महाराज केस वाउंदे पए ने ते पीर जी सतगुरु महाराज जी दे चरनां विच हाजिर होए। महाराज कहंदे पीर जी तुहाडे 2 पुत्र शहीद होए, सतगुरु महाराज दे चारे भी हो जांदे ते मैं शुक्र करदा। महाराज कहंदे ने पीर जी कुछ मंगो। 2 पुत शहीद कराउण तो बाद पीर बुद्धू शाह वो झोली करके आखदा, सच्चे पातशाह महाराज जे कुछ पाउणा है ते आ केसां वाला कंगा मेरी झोली दे विच पा दो। देखो कंगा 1685 दी जंगे भंगानी दा युद्ध ते महाराज कंगा उदों भी वरतदे आ। महाराज ने देखो वो कंगा केसां वाला पीर बुद्धू शाह दी झोली विच पाया। और ये गल याद रखियो सब तो पहला सरूपा जिहड़ा किसी नूं मिलिया वो पीर बुद्धू शाह नूं मिलिया। महाराज ने अपनी दस्तार दा अद्धा पल्ला पाड़िया ते पीर बुद्धू शाह दे गल दे विच पा दिता। 2 पुत्र शहीद कराए, 500 मरीद शहीद कराया
ਤੇ ਮਹਾਰਾਜ ਜੀ ਦੇ ਕੇਸਾਂ ਦਾ ਕੰਘਾ ਤੇ ਮਹਾਰਾਜ ਦੀ ਦਸਤਾਰ ਦਾ ਅੱਧਾ ਕੱਪੜਾ ਸਰੋਪੇ ਵਜੋਂ ਪ੍ਰਾਪਤ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੇ ਸਨ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਆ। ਤੇ ਮਹਾਰਾਜ ਕਹਿੰਦੇ ਦੇਖੋ ਰਹਿਤ ਕੀ ਹੈ, ਹਮੂ ਪੰਥ ਲੈ ਜਾਉ ਉਚੇਰੇ। ਮਹਾਰਾਜ ਕਹਿੰਦੇ ਪੰਥ ਨੂੰ ਉੱਚਿਆਂ ਚੁੱਕਣ ਵਾਸਤੇ ਕਿਰਦਾਰ ਨੂੰ ਉੱਚਾ ਚੁੱਕਣਾ ਬਹੁਤ ਜ਼ਰੂਰੀ ਆ। ਜਿੰਦਾ ਕਿਰਦਾਰ ਥੱਲੇ ਡਿੱਗ ਜਾਂਦਾ ਉਹ ਕਦੀ ਵੀ ਤਾਂ ਨਹੀਂ ਉੱਠ ਸਕਦਾ। ਇੱਕ ਵਿਦਵਾਨ ਨੇ ਇੱਥੋਂ ਤੱਕ ਲਿਖ ਦਿੱਤਾ, ਕਹਿੰਦੇ ਜਦੋਂ ਸਵੈ ਅਪਰਾਧ ਬੋਧ ਦਾ ਪਤਾ ਲੱਗਦਾ ਹੈ, ਅਪਰਾਧ ਬੋਧ ਇੱਕ ਸ਼ਬਦ ਆ ਜੀ ਮਨੋਵਿਗਿਆਨ ਦੇ ਅੰਦਰ, ਕਹਿੰਦੇ ਜਿਸ ਦਿਨ ਅਪਰਾਧ ਬੋਧ ਦਾ ਪਤਾ ਲੱਗੇਗਾ ਤੁਹਾਡਾ ਆਪਣੇ ਆਪ ਤੇ ਜਿਹੜਾ ਵਿਸ਼ਵਾਸ ਹੈ ਉਹ ਖਤਮ ਹੋਣਾ ਸ਼ੁਰੂ ਹੋ ਜਾਏਗਾ। ਕੋਈ ਵੀ ਕੰਮ ਕਰੋ, ਜਿਸ ਕੰਮ ਦੇ ਵਿੱਚ ਬੰਦਾ ਗਲਤੀ ਕਰ ਲੈਂਦਾ ਹੈ ਨਾ, ਤੇ ਜਦੋਂ ਉਹ ਦੇਖੇਗਾ ਨਾ ਮੈਂ ਫਲਾਣੇ ਦੇ ਵਾਸਤੇ ਇਹ ਗਲਤੀ ਕਰਕੇ ਬੈਠਾ ਸਾਂ ਮਨ ਦੇ ਵਿੱਚ, ਕਿਤੇ ਉਹਨੂੰ ਪਤਾ ਨਾ ਲੱਗ ਜਾਏ, ਹਮੇਸ਼ਾ ਆਪਣੇ ਆਪ ਨੂੰ ਉਹ ਨੀਵਾਂ ਲੈ ਕੇ ਚਲੇ ਜਾਏਗਾ। ਅਪਰਾਧ ਬੋਧ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਕਿ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਕਿ 9 ਸਾਲ ਦੇ ਮਹਾਰਾਜ ਸਨ ਜਦੋਂ ਸ਼ਹੀਦ ਹੋਏ ਪਿਤਾ ਜੀ, ਪਰ ਕਹਿੰਦੇ ਜਦੋਂ ਅਸੀਂ ਸੁਧ ਦਾ ਮਤਲਬ ਸਿਆਣਪ ਆ ਗਈ, ਸਮਝ ਆਉਣ ਲੱਗ ਪਈਆਂ ਗੱਲਾਂ, ਤੇ ਮਹਾਰਾਜ ਕਹਿੰਦੇ ਬਚਨ ਗੁਰ ਦਏ ਹਮਾਰੇ। ਮੇਰੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਨੇ ਇਹ ਬਚਨ ਕਹੇ ਸਨ, ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਪੂਤ ਇਹ ਪ੍ਰਣ ਤੋਹੇ ਜਬ ਕਟ ਪ੍ਰਾਨ ਹੈ ਥਾਰੇ। ਮਹਾਰਾਜ ਕਹਿੰਦੇ ਪੁੱਤਰ ਗੋਬਿੰਦ ਰਾਏ ਇੱਕ ਗੱਲ ਨੂੰ ਹਮੇਸ਼ਾ ਯਾਦ ਰੱਖਿਓ, ਜਿੰਨੀ ਦੇਰ ਤੱਕ ਸਰੀਰ ਚ ਪ੍ਰਾਣਿਆ ਉਨੀ ਦੇਰ ਤੱਕ ਸਾਡੇ ਹੁਕਮ ਦੀ ਪਾਲਣਾ ਜ਼ਰੂਰ ਕਰਿਓ। ਧੰਨ ਗੁਰੂ ਗੋਬਿੰਦ ਰਾਏ ਜੀ ਕਹਿੰਦੇ ਪਿਤਾ ਜੀ ਦੱਸੋ ਹੁਕਮ ਕਰੋ। ਕਹਿੰਦੇ ਨਿਜ ਨਾਰੀ ਸੰਗ ਨੇਹ ਤੁਮ ਨਿਤ ਬੜਾਈ ਹੋ, ਪਰ ਨਾਰੀ ਕੀ ਸੇਜ ਭੂਲ ਸੁਪਨੇ ਪੀ ਨਾ ਜਾਈ ਹੋ। ਮਹਾਰਾਜ ਕਹਿੰਦੇ ਨਿਜ ਨਾਰੀ ਆਪਣੀ ਪਤਨੀ ਦੇ ਨਾਲ ਪਿਆਰ ਹੋਵੇ, ਤੇ ਸਤਿਗੁਰ ਮਹਾਰਾਜ ਕਹਿੰਦੇ ਸੁਪਨਾ ਵੀ ਐਵੇਂ ਦਾ ਨਾ ਆਵੇ ਕਿ ਕਿਸੇ ਦੂਸਰੀ ਇਸਤਰੀ ਦੀ ਸੇਜਾ ਦੇ ਉੱਤੇ ਬੈਠਾ ਹਾਂ। ਨਿਜ ਨਾਰੀ ਸੰਗ ਨੇਹ ਤੁਮ ਨਿਤ ਬੜਾਈ ਹੋ, ਪਰ ਨਾਰੀ ਕੀ ਸੇਜ ਪੂਲ ਸੁਪਨੇ ਪੀ ਨਾ ਜਾਈ ਹੋ। ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਹਮ ਹੂੰ ਪੰਥ ਲੈ ਜਾਉ ਉਚੇਰੇ। ਸਿੱਖਾਂ ਨੂੰ ਹੁਕਮ ਕੀਤਾ, ਕਹਿਣ ਲੱਗੇ ਇਹ ਡੋਲਾ ਜਿਵੇਂ ਲਿਆਂਦਾ ਏ ਉਵੇਂ ਵਾਪਸ ਛੱਡ ਕੇ ਆਓ, ਤੇ ਐਵੇਂ ਵਾਪਸ ਛੱਡ ਕੇ ਆਇਓ ਜਿਵੇਂ ਭਰਾ ਭੈਣ ਦਾ ਡੋਲਾ ਛੱਡ ਕੇ ਆਉਂਦੇ ਨੇ, ਤੇ ਸ਼ਗਨ ਜ਼ਰੂਰ ਨਾਲ ਪਾ ਕੇ ਆਇਓ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਮੈਂ ਪੰਥ ਨੂੰ ਉੱਚਿਆਂ ਲੈ ਕੇ ਜਾਣਾ, ਔਰ ਇਹੀ ਕਾਰਨ ਆ ਕਿ ਵਿਸਾਖੀ ਵਾਲੇ ਦਿਨ ਸੂਰਜ ਸਭ ਤੋਂ ਜ਼ਿਆਦਾ ਉਚਾਈ ਤੇ ਹੁੰਦਾ ਏ, ਤੇ ਮਹਾਰਾਜ ਕਹਿੰਦੇ ਮੇਰਾ ਖਾਲਸਾ ਵੀ ਸਭ ਤੋਂ ਉੱਚੇ ਤੇ ਸੁੱਚੇ ਜੀਵਨ ਵਾਲਾ ਹੋਵੇਗਾ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਕਿਰਪਾ ਕੀਤੀ। ਜਿੱਦਣ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ, ਭਾਈ ਜੈਤਾ ਉਹ ਮਹਾਰਾਜ ਦਾ ਸੀਸ ਲੈ ਕੇ ਆਨੰਦਪੁਰ ਸਾਹਿਬ ਪਹੁੰਚਦੇ ਆ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਾਈ ਜੈਤੇ ਨੂੰ ਜੱਫੀ ਪਾਈ ਆ, ਛਾਤੀ ਦੇ ਨਾਲ ਲੈ ਕੇ ਕਹਿੰਦੇ ਨੇ ਜੈਤਿਆ ਤੂੰ ਰੰਗਰੇਟਾ ਗੁਰੂ ਕਾ ਬੇਟਾ ਹੈ, ਅੱਜ ਤੋਂ ਬਾਅਦ ਤੂੰ ਗੁਰੂ ਦਾ ਪੁੱਤਰ ਹੋਇਆ। ਪਰ ਇੱਕ ਗੱਲ ਦੱਸ, ਦਿੱਲੀ ਦੇ ਵਿੱਚ ਸਿੱਖ ਨਹੀਂ ਸੀ, ਸਿਰ ਤੂੰ ਲੈ ਕੇ ਆਇਆ। ਧੜ ਜਿਹੜਾ ਸੀ ਉਹ ਲੱਖੀ ਸ਼ਾਹ ਵਣਜਾਰਾ ਤੇ ਉਹਦੇ ਪੁੱਤਰ ਨਗਾਈਏ ਨੇ ਸਾਂਭਿਆ। ਸਿੱਖ ਉੱਥੇ ਕਿੱਥੇ ਸੀ ਮਹਾਰਾਜ ਪਤਾ ਨਹੀਂ ਸੀ ਲੱਗਦਾ ਸਿੱਖ ਹੈ ਕਿ ਨਹੀਂ। ਮਹਾਰਾਜ ਕਹਿੰਦੇ ਮੈਂ ਫਿਰ ਐਸਾ ਸਿੱਖ ਬਣਾਵਾਂਗਾ ਜਿਸ ਦੀ ਧਰਤੀ ਗੁਰੂ ਨਾਨਕ ਨੇ ਤਿਆਰ ਕੀਤੀ ਹੈ, ਜਿਸ ਦੀ ਪਾਲਣਾ ਗੁਰੂ ਅੰਗਦ ਦੇ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਮਹਾਰਾਜ ਤੱਕ ਹੋਈ। ਮਹਾਰਾਜ ਕਹਿੰਦੇ ਇਹਦੀ ਸੰਪੂਰਨਤਾ ਹੁਣ ਅਸੀਂ ਕਰਾਂਗੇ। ਸਤਿਗੁਰੂ ਮਹਾਰਾਜ 1698 ਦੀ ਵਿਸਾਖੀ 1 ਸਾਲ ਪਹਿਲਾਂ, ਕਿਉਂਕਿ ਮੈਂ ਬੇਨਤੀ ਆਰੰਭ ਚ ਕੀਤੀ ਜਿੱਥੇ ਗੁਰੂ ਜੋਤ ਹੈ ਵਿਸਾਖੀ ਤੇ ਸੰਗਤ ਉੱਥੇ ਆਉਂਦੀ ਹੀ ਆਉਂਦੀ ਹੈ। ਮਹਾਰਾਜ ਨੇ 1698 ਵਿਸਾਖੀ ਵਾਲੇ ਦਿਨ ਮਹਾਰਾਜ ਨੇ ਕਿਹਾ ਅਗਲੇ ਸਾਲ ਜਦੋਂ ਆਓ ਤੁਹਾਡੇ ਸਿਰਾਂ ਤੇ ਕੇਸ ਹੋਵਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗਲਾਂ ਦੇ ਵਿੱਚ ਸ਼ਸਤਰ ਹੋਵਣ, ਤੇ ਸਤਿਗੁਰੂ ਮਹਾਰਾਜ ਕਹਿੰਦੇ ਤਿਆਰੀ ਕਰਕੇ ਆਉਣਾ। ਸਿੱਖ ਆਏ। ਇਤਿਹਾਸ ਕਹਿੰਦਾ ਹੈ ਕਿ 80,000 ਦਾ ਇਕੱਠ ਹੋਇਆ। ਅੰਮ੍ਰਿਤ ਵੇਲੇ ਤੋਂ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਇਕਾਂਤ ਵਿੱਚ ਰਹੇ 11 ਮਹੀਨੇ 11 ਦਿਨ 11 ਘੜੀਆਂ ਦਾ ਜ਼ਿਕਰ ਉਹਨਾਂ ਨੇ ਕੀਤਾ। ਮਹਾਰਾਜ ਇਕਾਂਤ ਤੋਂ ਬਾਹਰ ਆਏ। ਵਿਸਾਖੀ ਵਾਲੇ ਦਿਨ 80,000 ਦਾ ਇਕੱਠ।
केसगढ़ की पहाड़ी के उपर सतगुरु महाराज जी के सिखां का इकट्ठ है, उत्ते तंबू लग्या ते गुरु ग्रंथ साहिब महाराज जी का प्रकाश किया है। सतगुरु महाराज दूसरे तंबू दे विच विराजमान 80,000 के इकट्ठ दे विच महाराज जी ने उत्थे अपनी श्री साहब बेमियान की ते महाराज ने बेमियान करके उत्थे कहा सी, कोई है सिख का बेटा जो शीस करे बेटा। महाराज कहते कोई सिख दा पुत्र उठे वो सिर भेट करे। महाराज ने तीसरी आवाज महाराज जी की आवाज दे विच गर्ज से लोकां दे शरीर सुन्न हुंदे पए से। महाराज जी दे हाथ विच शमशीर देख के सतगुरु महाराज कहते कोई है सिख का बेटा। भाई दया सिंह जी गल दे विच पल्लू पाया ते हाथ जोड़ के खड़े हो गए। महाराज कहते कित्थों आए? कहते सच्चे पातशाह लाहौर तो। महाराज कहते लाहौर शहर जहर कहर सवा पहर। सच्चे पातशाह महाराज कहते उथों दया चल के आई। हुण एक गल याद रखियो जी कि पंज प्यारे पंज ना नहीं ने कले, ये पंज गुण ने और ये हर एक दे विच होने चाहिए ने। सतगुरु महाराज जी दे 80,000 के इकट्ठ विच भाई मान सिंह भी बैठे ने, भाई मनी सिंह भी बैठे ने, भाई बचित्र सिंह भी बैठे ने, भाई उदय सिंह भी बैठे ने, उथे भाई बज्जर सिंह भाई आलम सिंह वर्गे बहुत सारे सिख बैठे ने। पर उठदा है भाई दया सिंह ते सतगुरु महाराज कहते ने कि दया दे विचों धर्म पैदा हुंदा जे। तुलसीदास नूं पढ़ के देखो, वो कहंदा तुलसी दया धर्म का मूल है, पाप मूल अभिमान। कहंदे पाप दी जड़ हंकार तो शुरू हुंदी आ ते धर्म दी जड़ दया दे विचों पैदा हुंदी आ। सतगुरु सच्चे पातशाह महाराज ने पूछा, कहंदे मैं लाहौर तो। महाराज कहंदे दया चल के आई। गुरु नानक देव जी दे बचन पढ़ो जी। महाराज कहंदे ने धौल धर्म दया का पूत। महाराज कहंदे धर्म किंदा पुत्र? कहंदे जी दया दा पुत्र है। गुरु नानक देव जी ने 9 साल च क्या कहंदे जनेऊ पाउणा। महाराज कहंदे आ धागियां वाला नहीं जी पाउणा। कहंदे केड़ा? कहंदे दया कपा। उथे दया की गल सब तो पहलों की। महाराज कहंदे दया होनी चाहिए, धर्म तां ही प्रफुल्लत हो सकता है। दया दान कर धर्म वधे नित। पंडित गुलाब सिंह जी लिखते ने, वो कहंदे ने दया दान कर धर्म वधे नित, धर्म क्रोध संग होत विभंगा। उथे सतगुरु महाराज सच्चे पातशाह कहंदे दया आया। दया तो बाद विच दूसरी आवाज। और यह भी इतिहास कहता है कि महाराज कला सिख उठदा है, महाराज उन्होंने तंबू विच लैके जांदे ने। तलवार चलदी है, खून ना लिबड़ी तलवार लैके महाराज बाहर आउंदे आ। पर एक गल याद रखियो साध संगत, शंका ना करो गुरु दे उत्ते। गुरु समर्थ है। जे गुरु दा सिख भाई सम्मन मूसन जे प्यो ने पुत्र दा सिर वड्ड के लै आंदा ते गुरु अर्जन ने आवाज मारी ते उठ के बैठ गया सी। सतगुरु महाराज बाबा अटल राय गुरु हरगोबिंद साहब दा पुत्र मोहन साथी सप लड़ गया ते मर गया। बाबे मोहन ने बाबे अटल राय ने मोहन दे गल दे विच खूंडी पा के ते उहनूं जिउंदा कर दिता सी ते गुरु ते शक करके बैठे आ। असी केड़ी हिम्मत दे नाल आखदे आ कि गुरु ने बकरे वड़ दिते। जेड़ा गुरु जिस पंथ दी नी सच दे उत्ते रखनी आ, जिस पंथ ने जाके सच दा पहरा देना, उनदे आरंभता दे विच गुरु झूठ किवें बोल सकदा है। महाराज ते औरंगजेब नूं आखदे, औरंगजेब तेरे मुंह दे उत्ते कुरान दियां कसमां, तेरे दिल दे विच बेईमानी के गुरु नूं लुटना किवें आ ते खत्म किवें करना। महाराज सच्चे पातशाह कहंदे ने कि यह जरूरी है। बंदा ओह हुंदा है जिंदे दिल दे विच भी गल ओही होवे ते मूंह दे उत्ते भी ओही होवे। महाराज ने पहले सिख दा सिर कट्टिया है। तंबू दे विच एक विद्वान होए ने ठरू वाले महापुरख, वो कहंदे जेड़ी गल गुरु ने तंबू विच कीती आ, तुहानूं कोई हक नहीं बनदा कि तंबू पाड़ के अंदर वेखो जाके। सच्चे पातशाह महाराज जी दा हुक्म करते कीमत करता जाने, कह जाने गुरसूरा। गुरु दी गुरु जानदा है ते जां परमात्मा जानदा है। सतगुरु महाराज ने दूसरा सिर मंगिया। भाई धर्म सिंह लाहौर तो, धर्म हेत साका जिन किया शीस दिया, पर सिर ना दिया। जिथे गुरु सिर दिंदा है उथों सिर चल के आया। और याद रखो जिथे जिथों शीस आए, जिथों जिथों पंज प्यारे आए, गुरु नानक देव महाराज वो हर थां ते गए ने। महाराज लाहौर गए,
ਦਿੱਲੀ ਦੇ ਵਿੱਚ ਨਾਨਕ ਪਿਆਓ ਤੁਸੀਂ ਗੁਰਦੁਆਰਾ ਦੇਖਦੇ ਹੋ ਮਹਾਰਾਜ, ਉੱਥੇ ਗਏ ਹਸਤਨਾਪੁਰ। ਸੱਚੇ ਪਾਤਸ਼ਾਹ ਮਹਾਰਾਜ ਨੇ ਤੀਸਰੀ ਆਵਾਜ਼ ਮਾਰੀ, ਭਾਈ ਹਿੰਮਤ ਸਿੰਘ ਜਗਨਨਾਥਪੁਰੀ। ਕਹਿੰਦੇ ਨੇ ਜੀ ਕ੍ਰਿਸ਼ਨ ਸਾਰਾ ਪਰਿਵਾਰ ਖਤਮ ਹੋ ਗਿਆ, ਯਾਦਵ ਆਪਣੀ ਲੜਾਈ ਦੇ ਵਿੱਚ ਮਾਰੇ ਗਏ, ਕੱਲੇ ਕ੍ਰਿਸ਼ਨ ਜੀ ਬਚੇ ਨੇ। ਲੇਟੇ ਨੇ ਜੰਗਲ ਦੇ ਵਿੱਚ, ਬਦਕ ਨੇ ਤੀਰ ਮਾਰਿਆ, ਕ੍ਰਿਸ਼ਨ ਦੀ ਮੌਤ ਹੋਈ। ਉਹਨੇ ਸੰਸਕਾਰ ਕੀਤਾ, ਹੱਡੀਆਂ ਇਕੱਠੀਆਂ ਕਰਕੇ ਦੱਬ ਦਿੱਤੀਆਂ। ਸਮਾਂ ਬਹੁਤ ਨਿਕਲ ਗਿਆ, ਰਾਜਾ ਅਜੇ ਹੋਇਆ, ਉਹਨੂੰ ਸੁਪਨਾ ਆਇਆ ਕਿ ਸ਼੍ਰੀ ਕ੍ਰਿਸ਼ਨ ਦੀਆਂ ਅਸਥੀਆਂ ਫਲਾਨੀ ਥਾਂ ਤੇ ਨੇ, ਪੁੱਟ ਕੇ ਤੇ ਮੰਦਿਰ ਬਣਾਉਣਾ ਹੈ। ਉਹਨੇ ਗਿਆ ਕਿ ਦੇਖਿਆ, ਹੱਡੀਆਂ ਅਸਥੀਆਂ ਮਿਲੀਆਂ। ਉਹਨੇ ਕਿਹਾ ਕਿ ਇਹਦੀ ਮੂਰਤੀ ਬਣਾਉਣੀ ਹੈ। ਵਿਸ਼ਵਕਰਮਾ ਨੂੰ ਕਿਹਾ, ਉਹ ਕਹਿੰਦਾ ਮੂਰਤੀ ਬਣਾਵਾਂਗਾ ਜ਼ਰੂਰ, ਪਰ ਕੋਈ ਦੇਖਣ ਵਾਸਤੇ ਨਾ ਹੈ, ਜਿੱਦਣ ਬਣ ਜਾਵੇ ਉਦਣ ਦੇਖ ਸਕਦੇ ਹੋ, ਨਹੀਂ ਤੇ ਮੈਂ ਵਿੱਚੇ ਛੱਡ ਕੇ ਚਲੇ ਜਾਣਾ। ਉਸੇ ਤਰ੍ਹਾਂ ਹੋਇਆ, ਸਾਰੀ ਮੂਰਤੀ ਬਣ ਗਈ, ਹੱਥ ਬਣਨ ਵਾਲੇ, ਪੈਰ ਬਣਨ ਵਾਲੇ। ਰਾਜੇ ਨੇ ਜਾ ਕੇ ਕਿਹਾ ਕਿ ਦੇਖਾਂ ਤੇ ਸਹੀ ਕਿਵੇਂ ਦੀ ਬਣੀ। ਵਿਸ਼ਵਕਰਮਾ ਵਿੱਚ ਹੀ ਛੱਡ ਕੇ ਚਲੇ ਗਿਆ, ਕਹਿੰਦਾ ਹੁਣ ਨਹੀਂ ਅੱਗੇ ਬਣਾਉਣੇ। ਉਹਦੀ ਮੂਰਤੀ ਦੇ ਹੱਥ ਨਹੀਂ, ਪੈਰ ਨਹੀਂ ਸਨ। ਤੇ ਲੋਕ ਕੀ ਕਰਦੇ ਸੀ, ਕਹਿੰਦੇ ਇਹ ਭਗਵਾਨ ਦੀ ਮੂਰਤੀ ਹੈ, ਜਗਨਨਾਥ ਦੀ ਮੂਰਤੀ। ਜਗਨਨਾਥ ਦੇ ਅਰਥ ਹੁੰਦੇ ਨੇ ਜਗਤ ਦਾ ਨਾਥ। ਤੇ ਸਤਿਗੁਰੂ ਮਹਾਰਾਜ ਜਦੋਂ ਗਏ, ਉਹ ਪੰਡਤ ਉਹਨਾਂ ਨੇ ਥਾਲੀ ਦੇ ਵਿੱਚ ਕੁਝ ਦੀਵੇ ਰੱਖੇ, ਅਗਰਬੱਤੀਆਂ ਜਗਾਈਆਂ ਤੇ ਉਹਦੇ ਦੁਆਲੇ ਘੁਮਾਉਣੇ ਸ਼ੁਰੂ ਕਰ ਦਿੱਤੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਇਹ ਕੀ ਕਰਦੇ ਹੋ? ਕਹਿੰਦੇ ਜੀ ਭਗਵਾਨ ਦੀ ਆਰਤੀ ਕਰਦੇ ਆ। ਮਹਾਰਾਜ ਕਹਿੰਦੇ ਏਡਾ ਵੱਡਾ ਭਗਵਾਨ ਜਿਹੜਾ ਸਾਰੇ ਬ੍ਰਹਿਮੰਡ ਨੂੰ ਚਲਾਉਂਦਾ ਪਿਆ ਏ, ਜਿੰਦੇ ਹੁਕਮ ਦੇ ਵਿੱਚ ਧਰਤੀਆਂ ਘੁੰਮਦੀਆਂ ਪਈਆਂ ਨੇ, ਆ ਤੁਹਾਡੀ ਨਿੱਕੀ ਜੀ ਥਾਲੀ ਨਾਲ ਆਰਤੀ ਹੋ ਸਕਦੀ? ਕਹਿੰਦੇ ਫਿਰ ਕਿਵੇਂ ਹੁੰਦੀ ਏ? ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ, ਪਵਨ ਚਵਰੋ ਕਰੇ ਸਗਲ ਬਨਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ, ਪਵ ਖੰਡਨਾ ਤੇਰੀ ਆਰਤੀ। ਮਹਾਰਾਜ ਕਹਿੰਦੇ ਬੜਾ ਚੰਗਾ ਹੋਇਆ ਜਿੱਥੇ ਗੁਰੂ ਨਾਨਕ ਨੇ ਹਿੰਮਤ ਬੀਜੀ, ਉਥੋਂ ਭਾਈ ਹਿੰਮਤ ਸਿੰਘ ਚੱਲ ਕੇ ਆਇਆ। ਚੌਥੇ ਆਵਾਜ਼ ਮਾਰੀ, ਭਾਈ ਮੋਹਕਮ ਸਿੰਘ ਖੜੇ ਹੁੰਦੇ ਨੇ, ਮੋਹਕਮ ਰਾਏ। ਸਤਿਗੁਰੂ ਮਹਾਰਾਜ ਕਹਿੰਦੇ ਕਿੱਥੋਂ ਆਏ ਜੇ? ਕਹਿੰਦੇ ਜੀ ਮੈਂ ਦਵਾਰਕਾ ਬੇੜ ਤੋਂ ਆਇਆ। ਮਹਾਰਾਜ ਕਹਿੰਦੇ ਨੇ ਜਿੱਥੇ ਮੰਦਿਰ ਹੈ ਰਣ ਛੋੜ? ਕਹਿੰਦੇ ਜੀ ਹਾਂ ਸੱਚੀ ਗੱਲ, ਮੈਂ ਉਥੋਂ ਚੱਲ ਕੇ ਆਇਆ। ਕ੍ਰਿਸ਼ਨ ਦਾ ਜਰਾਸੰਧ ਨਾਲ ਯੁੱਧ ਹੋਇਆ। ਜਰਾਸੰਧ ਦੇ ਵਿੱਚ ਤਾਕਤ ਇੰਨੀ ਸੀ, ਕ੍ਰਿਸ਼ਨ ਮੈਦਾਨ ਜੰਗ ਛੱਡ ਕੇ ਬਾਹਰ ਆ ਗਿਆ, ਇੱਕ ਥਾਂ ਤੇ ਆ ਕੇ ਪਹਾੜੀ ਦੇ ਵਿੱਚ ਲੁਕ ਗਿਆ ਤੇ ਜਰਾਸੰਧ ਨੂੰ ਮਾਰਨਾ ਚਾਹੁੰਦਾ ਸੀ, ਪਰ ਉੱਥੇ ਉਹ ਮੰਦਿਰ ਬਣਾ ਦਿੱਤਾ ਰਣ ਛੋੜ, ਜਿਹੜਾ ਮੈਦਾਨ ਦੇ ਜੰਗ ਨੂੰ ਛੱਡ ਕੇ ਆ ਜੇ। ਸਤਿਗੁਰੂ ਮਹਾਰਾਜ ਕਹਿੰਦੇ ਐਸਾ ਖਾਲਸਾ ਪੈਦਾ ਕਰਾਂਗਾ, ਚਿੜੀਆਂ ਸੇ ਮੈਂ ਬਾਜ ਲੜਾऊं, ਗਿੱਦੜੋਂ ਸੇ ਮੈਂ ਸ਼ੇਰ ਮਰਾऊं। सतगुरु महाराज कहते 1.25 लाख से एक लड़ाऊं, तबे गोबिंद सिंह नाम कहाऊं। और ये महाराज ने कला क्या नहीं, महाराज ने करके दिखाया। चमकौर दी गड़ी, 40 सिंह, 10 लाख दी फौज, 5-5 जाते ने ते 1.25 लाख दे नाल जाके लड़ते आ। महाराज कहते मोहकम दे अर्थ होंदे ने दृढ़ता, जिंदे अंदर लड़न दा हौसला, जिहड़ा डरदा कदी नहीं आ। महाराज कहते ने अज ऐसा खालसा पैदा होना है जिंदे विच दया है, जिहड़ा धर्म दे विचों पैदा होया, जिंदे विच हिम्मत आई, जिंदे विच जूझण दी ताकत आई। ते अखीरली आवाज मारी, उत्थे खड़े होए भाई साहब चंद, कहंदे बिदर तो आया सतगुरु। महाराज कहंदे बिदर भी कृष्ण दा भगत सी, पर सारी उम्र भगत रहा, कदी साहब नहीं बन सकिया। मैं खालसे नूं साहब बना दवांगा। महाराज दे बचन सन, गुरु खालसा, खालसा गुरु करो मैं अब, जैसे गुरु नानक जी गुरु अंगद को कीन्यो, शंक ना कीजै, सावधान होए दीजे अमृत पिलाओ मोहे, जैसे तुम लीन्यो। महाराज जी दे ये बचन सन कि मैं खालसे नूं साजना जरूर है, पर खालसे नूं कल्ला सेवक नहीं रहन देना। सतगुरु महाराज कहंदे खालसा मेरो सतगुर पूरा, सदगुरु खालसा मेरो सज्जन सूरा, खालसा मेरी जान की जान। सतगुरु महाराज सच्चे पातशाह कहते ने खालसा मेरो रूप है खास। महाराज ने कहा कि साहब चंद आया, अज साहब भी बनेगा। हुण देखो ये 5 गुण दया हर सिख दे विच चाहीदी है, धर्म हर सिख दे विच चाहीदा है। जिहड़ा दया दे विचों धर्म पैदा हुंदा है,
ਉਹ ਧਰਮ ਹਿੰਮਤੀ ਜ਼ਰੂਰ ਹੋਏਗਾ, ਉਹ ਅੰਮ੍ਰਿਤ ਵੇਲਾ ਵੀ ਸਾਂਭੇਗਾ, ਉਹ ਚੰਗੀ ਕਿਰਤ ਵੀ ਕਰੇਗਾ, ਉਹ ਹਰ ਕੰਮ ਨੂੰ ਹਿੰਮਤ ਨਾਲ ਕਰੇਗਾ। ਪਰ ਜਦੋਂ ਕਿਤੇ ਜ਼ੁਲਮ ਹੁੰਦਾ ਹੋਵੇ, ਉਹ ਹੱਥ ਵਿੱਚ ਕਿਰਪਾਨ ਫੜ ਕੇ ਉੱਥੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਮੋਹਕਮ ਵੀ ਬਣੇਗਾ। ਤੇ ਜਿੰਦੇ ਅੰਦਰ ਇਹ ਗੁਣ ਪੈਦਾ ਹੋ ਜਾਂਦੇ ਆ, ਸਤਿਗੁਰੂ ਮਹਾਰਾਜ ਕਹਿੰਦੇ ਫਿਰ ਸਾਹਿਬ ਦਾ ਵਾਸਾ ਵੀ ਉਹਦੇ ਹਿਰਦੇ ਵਿੱਚ ਹੋ ਜਾਂਦਾ ਹੈ। ਔਰ ਯਾਦ ਰੱਖਿਓ, ਮਹਾਰਾਜ ਨੇ 5 ਪਿਆਰੇ ਚੁਣੇ, ਔਰ 5 ਦੀ ਮਹਾਨਤਾ ਸਿੱਖੀ ਦੇ ਵਿੱਚ ਬਹੁਤ ਹੈ। ਮਹਾਰਾਜ ਬਾਣੀ ਵਿੱਚ ਕਿਰਪਾ ਕਰਦੇ ਨੇ, 5 ਪ੍ਰਵਾਨ, 5 ਪ੍ਰਧਾਨ, 5 ਪਾਵੇਂ ਦਰਗਹਿ ਮਾਨ, 5 ਸੋਹੇ ਦਰ ਰਾਜਾਨ, 5 ਕਾ ਗੁਰ ਏਕ ਧਿਆਨ। ਮਹਾਰਾਜ ਨੇ 5 ਪਿਆਰੇ ਸਾਜੇ, ਸਤਿਗੁਰੂ ਮਹਾਰਾਜ ਨੇ 5 ਰਹਿਤਾਂ ਸਾਨੂੰ ਦਿੱਤੀਆਂ, ਸਤਿਗੁਰੂ ਮਹਾਰਾਜ ਨੇ 5 ਬਾਣੀਆਂ ਪੜੀਆਂ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਨੇ 5 ਸਰੋਵਰ ਅੰਮ੍ਰਿਤਸਰ ਦੀ ਧਰਤੀ ਤੇ ਦਿੱਤੇ, 5 ਤਖਤ ਸਾਡੀ ਝੋਲੀ ਦੇ ਵਿੱਚ ਪਾਏ। ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਕਕਾਰ ਕਿੰਨੇ? ਕਹਿੰਦੇ ਨੇ 1 ਤੁਹਾਨੂੰ ਜੰਮਦਿਆਂ ਮਿਲ ਗਿਆ, ਤੇ 4 ਤੁਸੀਂ ਹੋਰ ਪਾ ਲਏ, 5 ਕਕਾਰ ਵੀ ਪੂਰੇ ਕਰ ਦਿੱਤੇ। ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤ ਤਿਆਰ ਕਰਨ ਲੱਗੇ ਆ, ਸਰਬਲੋਹ ਦਾ ਬਾਟਾ ਲਿਆ ਮਹਾਰਾਜ ਜੀ ਨੇ, ਸਤਲੁਜ ਦਾ ਨਿਰਮਲ ਜਲ ਪਾਇਆ, 7 ਦਰਵ ਦਾ, ਉੱਥੇ ਨਿਰਮਲ ਜਲ ਉੱਥੇ ਪਾਇਆ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ 2 ਧਾਰੀ ਖੰਡਾ, ਜਿਹਨੂੰ ਮੇਰੀ ਤੇ ਪੀਰੀ ਦਾ ਸੂਚਕ ਆਖਦੇ ਆ, ਮਹਾਰਾਜ ਨੇ ਵਿੱਚ ਖੰਡਾ ਰੱਖਿਆ। ਪਤਾਸੇ ਜਿਹੜੇ ਸਨ ਉਹ ਮਾਤਾ ਜੀਤੋ ਜੀ ਨੇ ਪਾਏ ਸਨ। ਮਾਤਾ ਸਾਹਿਬ ਕੌਰ ਜਿਹੜੇ ਸਨ ਉਹ 1701 ਨੂੰ ਆਉਂਦੇ ਆ ਆਨੰਦਪੁਰ ਸਾਹਿਬ, 1699 30 ਮਾਰਚ ਨੂੰ ਮਾਤਾ ਜੀਤੋ ਜੀ ਉੱਥੇ ਨੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਅੰਮ੍ਰਿਤ ਤਿਆਰ ਕਰਨ ਲੱਗੇ, ਵਿਦਵਾਨ ਦੇ ਬਚਨ ਨੇ, ਭਲੀ ਭਈ ਜੋ ਤੁਮ ਚਲ ਆਈ, ਨੀਰ ਮੈਂ ਪਾਈ ਮਧੁਰਾਈ। ਕਹਿੰਦੇ ਕਿੰਨਾ ਚੰਗਾ ਕੀਤਾ ਜੀਤੋ ਜੀ, ਤੁਸੀਂ ਚੱਲ ਕੇ ਆਏ ਤੇ ਇਸ ਅੰਮ੍ਰਿਤ ਜਲ ਦੇ ਵਿੱਚ ਤੁਸੀਂ ਮਿਠਾਸ ਪਤਾਸੇ ਵੀ ਪਾ ਦਿੱਤੇ। ਹੁਣ ਦੇਖੋ, ਪਹਿਲਾ ਬਾਟਾ, ਦੂਸਰਾ ਸਤਲੁਜ ਦਾ ਨੀਰ, ਤੀਸਰਾ ਵਿੱਚ ਪਤਾਸੇ ਪਾਏ, ਚੌਥਾ ਵਿੱਚ ਖੰਡਾ ਰੱਖਿਆ, ਤੇ 5ਵਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਉੱਥੇ ਮੌਜੂਦ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ 5 ਦੇ ਵਿੱਚ ਇਨ ਪੰਚਨ ਮਹਿ ਮੇਰੋ ਬਾਸਾ। ਸਤਿਗੁਰੂ ਮਹਾਰਾਜ ਜੀ ਨੇ 5 ਤੋਂ ਸੀਸ ਲਏ, 5 ਨੂੰ ਫਿਰ ਤਿਆਰ ਕੀਤਾ, ਅੰਮ੍ਰਿਤ ਤਿਆਰ ਕੀਤਾ। ਮਹਾਰਾਜ ਨੇ 5 ਨੂੰ ਕਿਹਾ ਕਿ ਬੁੱਕ ਕਰੋ। ਜਦੋਂ ਬੁੱਕ ਕੀਤੀ ਗਈ, ਮਹਾਰਾਜ ਨੇ ਅੰਮ੍ਰਿਤ ਦਾ ਚੂਲਾ ਪਾ ਕੇ ਕਿਹਾ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਚੂਲੇ ਦਿੱਤੇ, 5 ਵਾਰ ਫਤਿਹ ਬੁਲਾਈ। ਸੱਚੇ ਪਾਤਸ਼ਾਹ ਨੇ 5 ਨੇਤਰਾਂ ਵਿੱਚ ਛੱਟੇ ਮਾਰ ਕੇ ਆਖਿਆ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਛੱਟੇ ਸੀਸ ਵਿੱਚ ਪਾਏ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਆਖਿਆ, ਕਹਿੰਦੇ ਫਿਰ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਯਾਦ ਰੱਖਿਓ ਕਿ ਜਿਸ ਦਿਨ ਅੰਮ੍ਰਿਤ ਛਕਦੇ ਹੋ ਨਾ ਜੀ, 17 ਵਾਰੀ ਫਤਿਹ ਉਸ ਦਿਨ ਬੁਲਾਉਂਦੇ ਆ। 1 ਵਾਰੀ ਜਦੋਂ ਖੜੇ ਜਾ ਕੇ ਹੋਵੋ, 5 ਵਾਰੀ ਚੂਲੇ ਲੈਣ ਲੱਗਿਆ, 5 ਵਾਰੀ ਨੇਤਰਾਂ 'ਚ ਜਲ ਪੈਂਦਾ ਹੈ ਉਦੋਂ, 5 ਵਾਰੀ ਸੀਸ ਵਿੱਚ। ਫਿਰ ਅੰਮ੍ਰਿਤ ਛਕਣ ਤੋਂ ਬਾਅਦ ਸੰਗਤ ਵਾਲੇ ਮੁਖ ਕਰਕੇ ਬੋਲਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕੇਸ ਦਿੱਤੇ। ਮਹਾਰਾਜ ਨੇ ਕਿਹਾ, ਕੇਸ ਗੁਰੂ ਦੀ ਮੋਹਰ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ, ਕੇਸ ਜੰਮਦੇ ਬੱਚੇ ਦੇ ਹੁੰਦੇ ਨੇ। ਬਿਨਾ ਸ਼ਸਤਰ ਕੇਸੰ ਨਰੰਗ ਭੇਡ ਜਾਨੋ, ਗਹੋ ਕਾਨ ਤਾਂਕੇ ਕਿਤੇ ਲੈ ਸਿਧਾਨੋ, ਜਹੀ ਮੋਰ ਆ ਗਿਆ ਸੁਨੋ ਹੈ ਪਿਆਰੇ, ਬਿਨਾ ਸ਼ਸਤਰ ਕੇਸੰ ਦੇਹੋ ਨਾ ਦਿਦਾਰੇ। ਜਿਹੜੇ ਕਹਿੰਦੇ ਅਸੀਂ ਰਹਿਤ ਰੱਖਦੇ ਆ, ਅੰਮ੍ਰਿਤ ਨਹੀਂ ਛਕਣਾ, ਮਹਾਰਾਜ ਕਹਿੰਦੇ ਪ੍ਰਥਮ ਰਹਿਤ ਖੰਡੇ ਕੀ ਪੌਲ ਛਕੇ। ਪਹਿਲੀ ਰਹਿਤ ਕੀ ਹੈ? ਖੰਡੇ ਬਾਟੇ ਦੀ ਪੌਲ ਲੈਣੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ, ਕਹਿੰਦੇ ਕੜਾ ਹੱਥ ਵਿੱਚ ਰੱਖਿਓ, ਜਦੋਂ ਕੋਈ ਗੁਨਾਹ ਕਰਨ ਲੱਗੋਗੇ ਤੇ ਕੜਾ ਚੇਤੇ ਕਰਾਵੇਗਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਤੈਨੂੰ ਰੋਕਦਾ ਪਿਆ ਹੈ। ਕੇਸਾਂ ਦੇ ਵਿੱਚ ਕੰਘਾ ਰੱਖਣਾ, ਜਿਵੇਂ ਕੰਘਾ ਕੇਸਾਂ ਦੇ ਵਿੱਚੋਂ ਮੁਰਦਾ ਕੇਸ ਬਾਹਰ ਕੱਢਦਾ ਏ, ਇਵੇਂ ਮੁਰਦਾ ਹੋ ਚੁੱਕੇ ਵਿਚਾਰ ਬਾਹਰ ਕੱਢ ਕੇ ਰੱਖ ਦਿਓ ਸਿਰ ਦੇ ਵਿੱਚੋਂ। ਸਤਿਗੁਰੂ ਮਹਾਰਾਜ ਨੇ ਕਿਹਾ ਕਿਰਪਾਨ ਪਾਉਣੀ, ਇਸ ਕਰਕੇ ਕਿਰਪਾਨ ਪਾਉਣੀ। ਹੁਣ ਤਲਵਾਰ ਨਹੀਂ ਕਿਹਾ ਉੱਥੇ, ਕਿਰਪਾਨ ਦਾ ਭਾਵ ਹੈ ਕਿ ਜਿੰਦੇ ਵਿੱਚ ਕਿਰਪਾ ਟਿਕੀ ਹੈ। ਕਿਰਪਾਨ ਪਾਨ ਧਾਰੀਆਂ ਕੋਟ ਦੋਖ ਬਿਦਾਰੀਆਂ। ਮਹਾਰਾਜ ਕਹਿੰਦੇ ਕਿਰਪਾਨ ਧਾਰਨ ਵਾਲੇ ਦੇ ਕੋਟ ਪਾਪ ਡਾਰੀਆਂ, ਉਹਦੇ ਕਰੋੜਾਂ ਪਾਪ ਚਲੇ ਜਾਂਦੇ ਨੇ। ਮਹਾਰਾਜ ਨੇ ਸ਼ਸਤਰਾਂ ਨੂੰ ਕਿਹਾ ਕਿ ਇਹ ਸਾਡੇ ਪੀਰ ਨੇ, ਸੈਫ ਸਰੋਹੀ ਸੈਥੀ ਯਹੀ ਹਮਾਰੇ ਪੀਰ। ਸਤਿਗੁਰੂ ਮਹਾਰਾਜ ਨੇ ਕਿਹਾ ਕਸ਼ਹਿਰਾ ਪਾ ਕੇ ਰੱਖਣਾ। ਕਿਉਂ? ਮਹਾਰਾਜ ਕਹਿੰਦੇ ਨੇ ਇਹ ਜੱਤ ਤੇ ਸੱਤ ਦੀ ਨਿਸ਼ਾਨੀ ਹੈ।
सच्चे पातशाह महाराज ने पंजां नूं रहत दसी। महाराज ने कहा कि हुण मैनूं भी अमृत छकाओ जिवें तुसीं छकिया है। इतिहास के बचन ने गुरु खालसा, मैं खालसे दा गुरु हाँ, खालसा गुरु करो। मैं अबे हुण मैं गुरु खालसे नूं बनाउणा है ते मैं गुरु दा चेला बन जाना है। वाहो वाहो गोबिंद सिंह आपे गुरचेला। महाराज कहंदे ने कि मैनूं अमृत छकाओ। कहंदे किवें? कहंदे शंक ना कीजे सावधान होए दीजे, अमृत छकाओ मोहे जैसे तुम लीन्यो। कहंदे किवें जी? कहंदे उवें जिवें गुरु नानक जी गुरु अंगद को किन्यो। कहंदे जिवें गुरु नानक देव महाराज ने गुरु अंगद देव जी दे चरनां 'च सीस झुका दिता, तुसीं गुरु ते मैं तुहाडा सेवक अज तो। और यह गल कदी ना आख्या करो कि गुरु नूं सिखां ने कहा की दोगे। हुण देखो जिहड़े नाई झीवर महरे जां शींबे जातां दे नीवियां जातां वाले सन, तुसीं पढ़ के इतिहास नूं देखो हिंदुस्तान दा। कहंदे शूदर तुरदा होवे मगर कहंदे टाहनी बन के तुरे ताकि पैर दे निशान धरती ते ना रहन। सिखर दुपहरे तुरे ताकि परछावां किसे ते ना पवे। गल दे विच टल बन के तुरे ताकि वड्डी जात वाले नूं पता लग जाए कि शूदर लंघदा पिया है। खूह दे उत्तों पानी पीण दी इजाजत नहीं, मंजी ते बैण दी इजाजत नहीं, सराने वाले पासे खड़े होण दी इजाजत नहीं। ते सतगुरु महाराज जी दी बानी पढ़ के देखो। महाराज भगत साहब जी आखदे ने ऐसी लाल तुझ बिन कौन करे, गरीब नवाज गुसैया मेरा माथे छत्र फरे। जांकी छोत जगत को लागे। देखो कहंदे इन्ना छूत कि जगत जिहड़ा है वह हाथ लाओ तो कहंदा जी मैं पिटिया गया। सतगुरु महाराज ने कहा कि जांकी जात वर्ण कुल नाही, सिखदारी ना भई किदाही। जिन्ना दी ना कोई उच्ची जात, ना उच्चा वर्ण, ना उच्ची कुल, जांकी जात पात कुल नाही, सिखदारी ना भई किदाही। इन्हीं को सरदार बनाऊं तवे गोबिंद सिंह नाम कहाऊं। महाराज कहंदे लोग नीवें आखदे आ, मैं इन्ना गरीब सिखन को देओ पातशाही, याद करे हमरी गुरियाई। मैं इन्हां नूं सिक्खी दे के चलिया, मैं इन्हां नूं सरदारी दे के चलिया। देखो लाहौर वाले ने कहा नवाबियां ले लो, सिखां ने कहा नवाबियां की करनियां, गुरु सानू पातशाहियां दे के गया है, असी पातशाहियां तो थल्ले ते गल नहीं करदे। इन गरीब सिखन को देओ पातशाही, ये याद करे हमरी गुरियाई। सतगुरु महाराज ने फिर 4 कुरैतां दसियां। महाराज ने कहा एक तो कुट्ठा नहीं छकना, कुट्ठे तो भाव जिहड़ा मुसलमानी तरीके नाल वड्ढिया गया मास। दूसरा सतगुरु महाराज ने कहा केस कतल नहीं करने, केसां नूं कतल किया, कटना नहीं किया। कतल की सजा मौत हुंदी है ते आत्मक मौत मर जाओगे जे केस कतल करोगे तां। सतगुरु महाराज ने कहा तीसरा तंबाकू का सेवन नहीं करना, नशा नहीं करना। ते चौथी कुरैत सच्चे पातशाह महाराज ने कहा यह बज्जर कुरैत है कि स्त्री ते पुरुष ने अपने धर्म दे विच पक्के रहना, पर स्त्री पुरुष गामी नहीं होना। सिखां नूं रहत दसी। सतगुरु महाराज हुण वीर आसन बैठे आ ते सिख कहंदे बुक करो अमृत छकाइए। महाराज ने बुक कीती ते पंजां ने एक एक चूला भरिया। महाराज जी दी बुक विच पा के क्या बोलो वाहिगुरू जी का खालसा वाहिगुरू जी की फतेह। महाराज कहंदे मेरे वास्ते की हुक्म। महाराज नूं सिखां ने कहा तुहाडी रहत है। देखो सिखां दी जेकर रहत आ ना, रहतनामे मिलते हैं कि सिखां ने आ रहत दे विच पक्के रहना। उदों पंथ ने फिर हुक्म किया, खालसे ने गुरु गोबिंद सिंह जी तुहाडी रहत है खालसे दे अंग संग रहना। जिथे खालसे ते भीड़ होवे तुसी ओथे सहाई जरूर होना। सतगुरु सच्चे पातशाह महाराज ने फिर बहुत बख्शिशां कीतियां। महाराज सच्चे पातशाह ने आख्या खालसा मेरा रूप है खास, खालसे मैं हूँ करो निवास। खालसा मेरो सज्जन सूरा, खालसा मेरो सतगुर पूरा। सतगुरु महाराज कहते मैं शरीर आ ते इस शरीर दे विच जान किहड़ी आ। महाराज कहते खालसा मेरी देह की जान। हुण एक बचन महाराज जी दी पावन बाणी विच पढ़दे आ कि जे रब दा शरीर देखना होवे ते कित्थों वेखो। कहंदे ने संत तुझी तन संगत प्राण, सतगुरु ज्ञान जाने देवा देव। कहंदे ने रब जी तुहाडा शरीर संगत है,
ਸਰੀਰ ਦੇ ਵਿੱਚ ਸਵਾਸ ਸੰਤ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸੰਤ ਤੁਜੀ ਤਨ ਸੰਗਤ ਪ੍ਰਾਨ, ਸਤਿਗੁਰ ਗਿਆਨ ਜਾਣੇ ਦੇਵਾ ਦੇਵ। ਸਤਿਗੁਰੂ ਮਹਾਰਾਜ ਇਸੇ ਤਰ੍ਹਾਂ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰਾ ਸਰੀਰ ਹੈ, ਖਾਲਸਾ ਮੇਰੇ ਸਵਾਸ ਨੇ। ਔਰ ਦਾਨ ਦਿਓ ਇਨਹੀ ਕੋ ਪਾਵਤ, ਔਰ ਕੋ ਦਾਨ ਨਾ ਲਾਗਤ ਨਿਕੋ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਇਨ ਪੰਚਨ ਮਹਿ ਮੇਰੋ ਵਾਸਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਹੋਰ ਆਖਿਆ, ਜਿਹੜਾ ਅੱਜ ਬਹੁਤ ਹੀ ਜ਼ਰੂਰੀ ਹੈ, ਜਿੰਦੇ ਉੱਤੇ ਅਮਲ ਕਰਨਾ ਬਹੁਤ ਜ਼ਰੂਰੀ ਆ ਸਾਧ ਸੰਗਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਬ ਲਗ ਖਾਲਸਾ ਰਹੇ ਨਿਆਰਾ। ਨਿਆਰੇ ਤੋਂ ਭਾਵ ਸੀ ਕਿ ਨਿਰਮਲ ਰਵੇ, ਆਪਣਾ ਵੱਖਰਾਪਨ ਗਵਾਵੇ ਕਦੀ ਨਾ। ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਤੇਜ ਦਿਓ ਮੈਂ ਸਾਰਾ ਤੋਂ ਭਾਵੇ ਮਹਾਰਾਜ ਕਹਿੰਦੇ ਮੇਰੀ ਸਾਰਾ ਤਪ ਬੰਦਗੀ, ਮੇਰਾ ਸਾਰਾ ਕੁਝ ਜਿਹੜਾ ਵਾ ਉਹ ਖਾਲਸੇ ਦੇ ਵਿੱਚ ਹੋਵੇਗਾ। ਪਰ ਕਿਦੋਂ ਹੋਵੇਗਾ? ਜਬ ਲਗ ਖਾਲਸਾ ਰਹੇ ਨਿਆਰਾ, ਜਦੋਂ ਖਾਲਸਾ ਨਿਆਰਾਪਨ ਰਵੇ ਖਾਲਸੇ ਦੇ ਅੰਦਰ। ਤੇ ਨਾਲ ਹੀ ਸਤਿਗੁਰੂ ਮਹਾਰਾਜ ਕਹਿੰਦੇ ਜਬ ਇਹ ਗਹਿ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂ ਇਨਕੀ ਪ੍ਰਤੀਤ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿੱਦਣ ਖਾਲਸਾ ਵਿਕਾਰਾਂ ਦੇ ਵਿੱਚ ਫਸੇਗਾ, ਜਿੱਦਣ ਕਬਰਾਂ ਵਾਲੇ ਪਾਸੇ ਚਲੇ ਜਾਵੇਗਾ, ਜਿੱਦਣ ਮੜੀਆਂ ਨੂੰ ਪੂਜਦਾ ਫਿਰੇਗਾ, ਜਿੱਦਣ ਹੱਥਾਂ ਦੇ ਉੱਤੇ ਮੌਲੀਆਂ ਬੰਨੇਗਾ ਤੇ ਨਗ ਪਾ ਕੇ ਪੰਡਤ ਨੂੰ ਪੁੱਛੇਗਾ ਅੱਜ ਦਿਨ ਚੰਗਾ ਚੜਿਆ ਕਿ ਮਾੜਾ, ਮਹਾਰਾਜ ਕਹਿੰਦੇ ਫਿਰ ਮੇਰੇ ਕੋਲ ਉਹਨੂੰ ਕੁਝ ਪ੍ਰਾਪਤ ਨਹੀਂ ਹੋਵੇਗਾ। ਜਬ ਇਹ ਗਹੇ ਵਿਪਰਨ ਕੀ ਰੀਤ, ਤੋ ਮੈਂ ਨਾ ਕਰੂ ਇਨਕੀ ਪ੍ਰਤੀਤ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਕਿ ਦੇਖੋ ਇਹ ਸੁਭਾਗ ਹੈ ਜੀ ਸਾਧ ਸੰਗਤ। ਮੈਂ ਸਮਾਪਤੀ ਕਰਨ ਲੱਗਿਆ, ਪਰ ਇੱਕ ਗੱਲ ਜ਼ਰੂਰ ਯਾਦ ਰੱਖਿਓ, ਤੁਸੀਂ ਉਹ ਦਮਦਮਾ ਸਾਹਿਬ ਦੇ ਅਸਥਾਨ ਦੇ ਮਨ ਦੇ ਵਿੱਚ ਦਰਸ਼ਨ ਕਰੋ, ਸੁਰਤ ਨੂੰ ਲੈ ਕੇ ਜਾਓ ਇੱਕ ਵਾਰੀ ਉੱਥੇ। ਦਮਦਮਾ ਸਾਹਿਬ ਦੀ ਧਰਤੀ ਆ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰ ਕੌਰ ਜੀ ਮਹਾਰਾਜ ਜੀ ਦੇ ਸਨਮੁਖ ਆ ਕੇ ਖਲੋ ਗਏ ਆ। ਹੱਥ ਜੋੜ ਕੇ ਆਖਦੇ ਸੱਚੇ ਪਾਤਸ਼ਾਹ ਮਹਾਰਾਜ ਆਨੰਦਪੁਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਉਹ ਚਾਰੇ ਤੁਹਾਡੇ ਸੱਜੇ ਖੱਬੇ ਬੈਠੇ ਹੁੰਦੇ ਸੀ। ਸੱਚੇ ਪਾਤਸ਼ਾਹ ਮਹਾਰਾਜ ਅੱਜ ਇੱਕ ਵੀ ਨਹੀਂ ਦਿਸਦਾ ਪਿਆ। ਮਹਾਰਾਜ ਮੇਰੇ 4 ਪੁੱਤਰ ਤੇ ਇੱਕ ਵੀ ਨਹੀਂ, ਕਿੱਥੇ ਨੇ ਮੇਰੇ ਚਾਰੇ ਪੁੱਤਰ? ਸੱਚੇ ਪਾਤਸ਼ਾਹ ਮਹਾਰਾਜ ਨੇ ਉਦੋਂ ਆਖਿਆ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਮਹਾਰਾਜ ਕਹਿੰਦੇ ਕਿੰਨਾ ਸੌਖਾ ਸੌਦਾ ਕੀਤਾ, ਕਹਿਣਾ ਕਿੰਨਾ ਸੌਖਾ ਹੈ ਜੀ ਕਿ 4 ਵਾਰ ਕੇ ਤੇ ਮੈਂ ਇਹਨਾਂ ਸਾਰਿਆਂ ਨੂੰ ਆਪਣੇ ਪੁੱਤਰ ਤੇ ਧੀਆਂ ਬਣਾ ਲਿਆ। ਕਿੰਨੀ ਸੌਖੀ ਗੱਲ ਕਹਿ ਦਿੱਤੀ, ਪਰ ਪੁੱਤ ਇੱਕ ਤੋਰਨਾ ਵੀ ਔਖਾ ਹੁੰਦਾ ਹੈ। ਪਰ ਇੱਕ ਗੱਲ ਯਾਦ ਰੱਖਿਓ, ਕਟਾਕਸ਼ ਕਰਕੇ ਨਹੀਂ। ਜਦੋਂ ਸ਼ੀਸ਼ੇ ਦੇ ਸਾਹਮਣੇ ਜਾਓ, ਜਦੋਂ ਸ਼ੀਸ਼ੇ ਦੇ ਸਾਹਮਣੇ ਤਿਆਰ ਹੋ ਕੇ ਖੜੇ ਹੋ ਨਾ ਜੀ, ਉਦੋਂ ਆਪਣੇ ਆਪ ਤੋਂ ਪੁੱਛਿਓ, ਕਿਸੇ ਨੂੰ ਛੱਡੋ ਕਿ ਕੌਣ ਗਿਆਨੀ, ਕੌਣ ਕੀ ਕਹਿ ਕੇ ਗਿਆ। ਉਦੋਂ ਇੱਕ ਗੱਲ ਆਪਣੇ ਮਨ ਨੂੰ ਪੁੱਛਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਮੈਂ ਤੁਹਾਡੇ ਤੋਂ 4 ਵਾਰੇ, ਮੈਂ ਤੁਹਾਡੇ ਚੋਂ ਅਜੀਤ ਸਿੰਘ, ਜੁਝਾਰ ਸਿੰਘ ਦੇਖਣਾ ਏ। ਜਦੋਂ ਬੱਚੇ ਨੂੰ ਗੁਰਦੁਆਰੇ ਉਂਗਲ ਲਾ ਕੇ ਲੈ ਕੇ ਆਉਂਦੇ ਹੋ, ਮਨ ਦੇ ਵਿੱਚ ਇੰਨਾ ਕੁ ਜ਼ਰੂਰ ਸੋਚ ਲਿਓ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ, ਆਪਣੇ ਮਨ ਨੂੰ ਪੁੱਛ ਕੇ ਆਖਿਓ ਕਿ ਮੇਰੇ ਪੁੱਤ ਦੇ ਵਿੱਚੋਂ, ਮੇਰੇ ਧੀ ਚੋਂ ਫਤਿਹ ਸਿੰਘ ਦਿਸਦਾ ਪਿਆ ਏ। ਜੇ ਦਿਸਦੀ ਦੀ ਆਵਾਜ਼ ਆ ਜੇ ਤੇ ਸਮਝੋ ਜੀਵਨ ਸਫਲ ਹੋ ਗਿਆ। ਤੇ ਜੇ ਨਹੀਂ ਆਵਾਜ਼ ਇਹ ਆਉਂਦੀ ਨਾ, ਨਹੀਂ ਦਿਸਦਾ, ਫਿਰ ਤਿਆਰੀ ਕਰੋ ਕਿ ਉਹ ਗੁਰੂ ਦੇ ਲਾਲ ਬਣ ਸਕੇ। ਸਤਿਗੁਰੂ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਜੀ। 324 ਸਾਲਾ ਖਾਲਸਾ ਸਾਜਨਾ ਦਿਹਾੜਾ ਹੈ ਅੱਜ। ਆਪ ਸਾਰੀਆਂ ਸੰਗਤਾਂ ਨੂੰ ਖਾਲਸੇ ਦੀ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ। ਸਮੁੱਚੇ ਪ੍ਰਬੰਧਕ ਸੱਜਣਾ ਦਾ ਧੰਨਵਾਦ। ਮਾਨਯੋਗ ਵੀਰ ਤਲਵਿੰਦਰ ਸਿੰਘ ਜੀ, ਸਾਬੀ ਵੀਰ ਜੀ, ਜਿਨ੍ਹਾਂ ਨੇ ਪਿਛਲੇ 7 ਤਰੀਕ ਨੂੰ ਮਹਾਂਪੁਰਖਾਂ ਦਾ ਜਨਮ ਦਿਹਾੜਾ ਤੇ ਬੜੇ ਪਿਆਰ ਦੇ ਨਾਲ ਇੱਕ ਬਚਨ ਕਿਹਾ, ਕਹਿਣ ਲੱਗੇ ਜੀ ਇਹ ਵੀ ਸਾਡੇ ਅਸਥਾਨ ਦਾ ਹਿੱਸਾ ਹੋ ਗਏ ਨੇ। ਤੇ ਬੜੀ ਮਨ ਦੇ ਵਿੱਚ ਖੁਸ਼ੀ ਹੋਈ। ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ ਬਾਬਾ ਜਸਵੰਤ ਸਿੰਘ ਜੀ ਬੈਠੇ ਨੇ, ਸਤਿਕਾਰਯੋਗ ਸ਼ਖਸੀਅਤ, ਸਤਿਮਾਨਯੋਗ ਬਾਬਾ ਕੁਲਦੀਪ ਸਿੰਘ ਜੀ ਇਸ ਅਸਥਾਨ ਦੇ ਮੁਖੀ, ਜੋ ਸਰੀਰ ਕਰਕੇ ਨਹੀਂ ਪਰ ਆਤਮਾ ਜੋਤ ਕਰਕੇ ਇੱਥੇ ਮੌਜੂਦ ਨੇ। ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਰਹਿਮਤ ਕਰਨ। ਮੈਨੂੰ ਯਾਦ ਆ ਗਈ, ਚਲੋ 2 ਮਿੰਟ ਲਾ ਕੇ ਮੈਂ ਸਮਾਪਤੀ ਕਰ ਦੇਵਾਂ ਜੀ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਾਈਆ ਜੈ ਰਾਮ ਜੀ ਸਨ, ਸਾਰਿਆਂ ਨੂੰ ਪਤਾ ਨਾ ਜੀ। ਇੱਕ ਦਿਨ ਨਾ ਬੇਬੇ ਨਾਨਕੀ ਜੀ ਨੂੰ ਆਖਦੇ, ਕਹਿੰਦੇ ਨਾਨਕੀ ਤੂੰ ਕਿੰਨੀ ਭਾਗਾਂ ਵਾਲੀ ਹੈ। ਉਹ ਕਹਿੰਦੀ ਜੀ ਕਿਵੇਂ? ਕਹਿੰਦੇ ਤੂੰ ਗੁਰੂ ਨਾਨਕ ਦੀ ਭੈਣ ਹੈ, ਇਸ ਕਰਕੇ ਤੂੰ ਭਾਗਾਂ ਵਾਲੀ ਆ। ਕਹਿੰਦੇ ਹਾਂ ਉਹ ਤੇ ਹੈ ਜੀ। ਫਿਰ ਅੱਗੇ ਫਿਰ ਭਾਈਆ ਜੈ ਰਾਮ ਜੀ ਆਖਦੇ, ਕਹਿੰਦੇ ਨਾਨਕੀ ਜਿੰਨੀ ਭਾਗਾਂ ਵਾਲੀ ਤੂੰ, ਥੋੜਾ